ਅੰਮ੍ਰਿਤਸਰ ਚੱਲਦੇ ਆ। ਅੰਮ੍ਰਿਤਸਰ ਤੋਂ ਸਾਡੇ ਨਾਲ ਇੱਕ ਮਹਿਮਾਨ ਜੁੜੇ ਨੇ। ਇੰਪਰੂਵਮੈਂਟ ਟਰਸਟ ਦੇ ਜਿਹੜੇ ਚੇਅਰਮੈਨ ਨੇ ਦਿਨੇਸ਼ ਬੱਸੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਦਿਨੇਸ਼ ਬੱਸੀ ਜੀ, ਬਹੁਤ-ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਵਿੱਚ। ਤੁਹਾਡੀ ਜਿਹੜੀ ਸਟੇਟਮੈਂਟ ਹੈ ਜਾਂ ਤੁਹਾਡਾ ਜਿਹੜਾ ਪ੍ਰਤੀਕਰਮ ਹੈ ਉਹ ਬੜਾ ਇੰਪੋਰਟੈਂਟ ਹੈ ਔਰ ਇਸ ਲਿਹਾਜ਼ ਨਾਲ ਇੰਪੋਰਟੈਂਟ ਹੋ ਜਾਂਦਾ ਹੈ ਕਿ ਜਦੋਂ ਵਿਜੀਲੈਂਸ ਦੇ ਜਿਹੜੀ ਕਾਰਵਾਈ ਹੈ ਜਾਂ ਵਿਜੀਲੈਂਸ ਦੀ ਜਿਹੜੀ ਜਾਂਚ ਹੈ ਉਹ ਇਸ ਲਿਹਾਜ਼ ਤੋਂ ਚੱਲ ਰਹੀ ਹੈ ਕਿ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਵਿੱਚ ਗੜਬੜੀਆਂ ਹੋਈਆਂ ਨੇ, ਕੁਝ ਬੂਥ ਅਲਾਟਮੈਂਟ ਸੀਗੀਆਂ ਉਹਨਾਂ ਦੇ ਵਿੱਚ ਗੜਬੜੀਆਂ ਹੋਈਆਂ ਨੇ, ਪੁਲਿਸ ਉਸ ਦੀ ਜਾਂਚ ਕਰ ਰਹੀ ਹੈ। ਤੁਸੀਂ ਥੋੜਾ ਜ਼ਿਆਦਾ ਉਸ ਤੇ ਖੁੱਲ ਕੇ ਚਾਨਣਾ ਪਾ ਸਕਦੇ ਹੋ ਜੇ ਦੱਸ ਸਕੋ ਤਾਂ। ਦਿਨੇਸ਼ ਬੱਸੀ ਜੀ, ਇਸ ਤਰ੍ਹਾਂ ਹੈ ਕਿ ਜਿਹੜੇ ਬੂਥ ਸੀ ਜੀ, ਉਹ ਬਿਲਕੁਲ ਮੈਂ ਸਮਝਦਾ ਕਿ ਉਹ ਗੜਬੜ ਹੋਈ ਸੀ। ਔਰ ਜਦੋਂ ਮੈਂ ਉਸ ਦੇ ਵਿੱਚ ਜਿਸ ਦਿਨ ਮੈਂ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਬਣ ਕੇ ਔਰ ਉਹਦੀ ਸਭ ਤੋਂ ਪਹਿਲਾਂ ਜਿਹੜੀ ਆਲਰੇਡੀ ਵਿਜੀਲੈਂਸ 'ਚ ਫਾਈਲਾਂ ਜਾ ਚੁੱਕੀਆਂ ਸਨ ਔਰ ਉਹਨੂੰ ਮੈਂ ਉਸ ਫਾਈਲਾਂ ਨੂੰ ਲੈ ਕੇ ਔਰ ਉਹ ਬੂਥਾਂ ਨੂੰ ਸੀਲ ਕੀਤਾ ਸੀ, ਕਿਉਂਕਿ ਜਿਹੜੇ ਉਹ ਬੂਥ ਸੀ ਉਹ ਵਿਦਆਊਟ ਸਿਰਫ ਇਹਨਾਂ ਨੇ ਪਾਵਰ ਯੂਜ਼ ਕਰਕੇ ਆਪਣੀ ਪਾਵਰ ਯੂਜ਼ ਕਰਕੇ ਉਹ ਕਿਸੇ ਆਪਣੇ ਜਿਹੜੇ ਇਹਨਾਂ ਦਾ OSDC ਗੌਰਵ ਵਾਸੂਦੇਵ, ਉਹਨੇ ਆਪਣੇ ਮਿਸਿਸ ਦੇ ਨਾਮ ਤੇ ਇੱਕ ਲੈਟਰ ਬਣਾਈ ਸੀ ਔਰ ਲੈਟਰ ਤੋਂ ਬਾਅਦ ਅੱਗੇ ਕਿਸੇ ਨੂੰ ਦਿੱਤੇ ਸੀ। ਔਰ ਜਿਹੜੀ ਅੱਜ ਇੰਪਰੂਵਮੈਂਟ ਟਰਸਟ ਦੀ ਇੱਕ ਲਗਭਗ 1.5 ਤੋਂ 2 ਕਰੋੜ ਦੀ ਪ੍ਰਾਪਰਟੀ ਹੈ ਜਿਹੜੀ ਅਸੀਂ ਕੋਰਟ ਦੇ ਵਿੱਚ ਉਹਦੀ ਲੜਾਈ ਲੜ ਰਹੇ ਹਾਂ। ਥੋੜਾ ਜਿਹਾ ਵਿਸਤਾਰ ਨਾਲ ਸਮਝਾ ਸਕੋ, ਕਿਉਂਕਿ ਸਾਡੇ ਕੋਲੇ ਜਿਹੜੀ ਸੋਰਸਿਸ ਦੇ ਮੁਤਾਬਕ ਜਾਣਕਾਰੀ ਹੈ ਬੱਸੀ ਜੀ, ਉਹ ਇਹ ਹੈ ਕਿ ਪ੍ਰੋਜੈਕਟ ਨੂੰ ਨਿਯਮਾਂ ਦੇ ਖਿਲਾਫ, ਮੈਂ ਪੁਆਇੰਟ ਦਰ ਪੁਆਇੰਟ ਤੁਹਾਨੂੰ ਦੱਸਦਾ, ਪ੍ਰੋਜੈਕਟ ਨੂੰ ਨਿਯਮਾਂ ਦੇ ਖਿਲਾਫ ਜਾ ਕੇ ਮਨਜ਼ੂਰੀ ਦਿਵਾਉਣ 'ਚ ਭੂਮਿਕਾ ਸੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਜਿਹੜੇ ਉਹਨਾਂ ਦੇ PA ਸੀ ਗੌਰਵ ਵਾਸੂਦੇਵ। ਨਿਯਮਾਂ ਦੇ ਖਿਲਾਫ ਜਾ ਕੇ ਬੂਥ ਹਾਸਲ ਕੀਤੇ। ਨੰਬਰ 3, ਬਾਜ਼ਾਰ ਕੀਮਤ ਤੋਂ ਘੱਟ ਭਾਅ 'ਚ 2 ਬੂਥ ਹਾਸਲ ਕੀਤੇ ਗਏ। ਬੂਥ ਕਿਰਾਏ ਤੇ ਲੈ ਕੇ ਫਿਰ ਅੱਗੇ ਕਿਰਾਏ ਤੇ ਦਿੱਤੇ ਗਏ। ਸਸਤੇ ਭਾਅ ਤੇ ਇਸ਼ਤਿਹਾਰਬਾਜ਼ੀ ਦੇ ਟੈਂਡਰ ਹਾਸਲ ਕੀਤੇ। ਕੰਸਟਰਕਸ਼ਨ ਬਿਜ਼ਨਸ ਸ਼ੁਰੂ ਕੀਤਾ ਔਰ ਉਸ ਨਿਯਮਾਂ ਦੇ ਖਿਲਾਫ ਉਸ ਕੰਸਟਰਕਸ਼ਨ ਬਿਜ਼ਨਸ ਨੂੰ ਕੰਮ ਦਿੱਤਾ ਗਿਆ ਔਰ ਸਟਰੀਟ ਲਾਈਟ ਦੇ ਜਿਹੜੇ ਟੈਂਡਰ ਸੀ ਉਹਨਾਂ 'ਚ ਕੁਝ ਗੜਬੜੀ ਹੈ। ਇਹ ਸਾਰੀਆਂ ਚੀਜ਼ਾਂ ਨੇ ਜਿੰਨੀ ਕੁ ਜਾਣਕਾਰੀ ਸਾਨੂੰ ਮਿਲੀ ਹੈ। ਜੇ ਤੁਸੀਂ ਇਸ ਨੂੰ ਪੁਖਤਾ ਕਰ ਸਕੋ, ਹੋ ਸਕਦਾ ਇਸ ਦੇ ਵਿੱਚ ਕੁਝ ਕੋਈ ਕਈ ਵਾਰੀ ਚੀਜ਼ਾਂ ਸੱਜੇ ਖੱਬੇ ਹੁੰਦੀਆਂ ਕਿਉਂਕਿ ਸੋਰਸਿਸ ਤੋਂ ਜਿੰਨੀ ਸਾਡੇ ਕੋਲੇ ਜਾਣਕਾਰੀ ਹੈ। ਸੋ ਇਸ ਕਰਕੇ ਤੁਹਾਡੇ ਤੋਂ ਮੈਂ ਥੋੜੀ ਜਿਹੀ ਡਿਟੇਲ ਦੇ ਵਿੱਚ ਇਸ ਜਾਣਕਾਰੀ ਚਾਹਣਾ ਕਿ ਕਿਸ ਤਰੀਕੇ ਨਾਲ ਗੜਬੜ ਹੋਈ ਔਰ ਕਿੰਨੀ ਕੁ ਗੜਬੜ ਹੋਈ, ਜੇ ਪੈਸੇ ਦਾ ਵੀ ਕੋਈ ਹਿਸਾਬ ਕਿਤਾਬ ਲਾਇਆ ਜਾ ਸਕੇ ਤਾਂ। ਦੇਖੋ, ਜੋ ਵੀ ਸਾਡੇ ਕੋਲ ਵਿਜੀਲੈਂਸ ਤੋਂ ਫਾਈਲਾਂ ਮੰਗੀਆਂ ਗਈਆਂ ਸਰਕਾਰ ਨੇ ਅਸੀਂ ਦਿੰਦੇ ਰਹੇ ਔਰ ਜੋ ਮੇਰੇ ਤੋਂ ਆਉਣ ਤੋਂ ਪਹਿਲਾਂ ਵੀ ਕੁਝ ਫਾਈਲਾਂ ਜਾ ਚੁੱਕੀਆਂ ਸੀ ਔਰ ਜੋ ਵੀ ਸਾਡੇ ਕੋਲ ਅੱਜ ਵਿਜੀਲੈਂਸ ਨੇ ਮੰਗੀਆਂ ਸੀ ਹਰ ਫਾਈਲਾਂ ਨੂੰ ਉਹਨਾਂ ਨੂੰ ਦਿੰਦੇ ਰਹੇ ਸਾਡੇ ਆਫੀਸਰ ਸਾਹਿਬਾਨ ਔਰ ਅਸੀਂ ਸਾਰੇ ਉਹਨਾਂ ਨੂੰ ਫਾਈਲਾਂ ਦਿੰਦੇ ਰਹੇ। ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਕਿ ਜਿਹੜੇ ਬੂਥ ਸੀ ਰਣਜੀਤ ਐਵੀਨਿਊ ਦੇ ਵਿੱਚ 2 ਬੂਥ ਸੀ, 69 ਨੰਬਰ ਔਰ 68 69 ਨੰਬਰ 2 ਬੂਥ ਸੀ, ਜਿਹਦੀ ਸਾਡੀ ਕੋਈ ਪਾਲਿਸੀ ਨਹੀਂ ਸੀ ਕਿ ਅਸੀਂ ਉਹਨੂੰ ਕਿਰਾਏ ਤੇ ਦੇ ਸਕੀਏ। ਇਹਨਾਂ ਨੇ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਉਹ ਬੂਥ ਜਿਹੜੇ ਇਹਨਾਂ ਦੇ OSDC ਗੌਰਵ ਵਾਸੂਦੇਵ, ਉਹਨੇ ਆਪਣੀ ਮਿਸਿਸ ਦੇ ਨਾਮ ਤੇ ਚੜਵਾਏ ਸੀ ਔਰ ਉਹ ਬੂਥ ਜਿਹੜੇ ਅਸੀਂ ਸੀਲ ਕੀਤੇ ਔਰ ਉਸਨੇ ਅੱਗੇ ਉਸਨੂੰ ਹੈਂਡਓਵਰ ਕੀਤਾ ਸੀ। ਕੋਈ ਇੱਥੇ ਬਾਂਸਲ ਸਵੀਟਸ ਵਾਲਾ ਹੈਗਾ, ਉਹਦੇ ਨਾਮ ਤੇ ਉਹਦੇ ਬੱਚਿਆਂ ਦੇ ਨਾਮ ਤੇ ਉਹਨੂੰ ਅੱਗੇ ਹੈਂਡਓਵਰ ਕੀਤਾ, ਲੇਕਿਨ ਉਹਦੇ ਵਿੱਚ ਸਾਡੇ ਕੋਲ ਕੁਝ ਨਹੀਂ ਔਰ ਉਹ ਕੋਰਟ 'ਚ ਚਲੇ ਗਿਆ। ਔਰ ਅਸੀਂ ਅੱਜ ਉਸ ਜਿਹੜੀ ਇੰਪਰੂਵਮੈਂਟ ਟਰਸਟ ਦੀ 1.5 ਤੋਂ 2 ਕਰੋੜ ਰੁਪਏ ਦੀ ਜਾਇਦਾਦ ਹੈ ਉਹਦੇ ਅਸੀਂ ਅੱਜ ਸਫਰ ਕਰ ਰਹੇ ਹਾਂ, ਕੋਰਟ ਦੇ ਵਿੱਚ ਉਹਦਾ ਕੇਸ ਲੜ ਰਹੇ ਹਾਂ। ਔਰ ਉਸ ਤੋਂ ਇਲਾਵਾ ਵੀ ਜੋ ਕੰਮ ਹੈ ਉਹ ਜਾਇਦਾਦ ਇਸ ਵੇਲੇ ਕਿਸੇ ਕੰਮ ਨਹੀਂ ਆ ਰਹੀ। ਉਸ ਜਾਇਦਾਦ ਇਸ ਟਾਈਮ ਸਾਡੀ ਸੀਲ ਹੈ ਔਰ ਅਸੀਂ ਕੋਰਟ ਦੇ ਵਿੱਚ ਉਹਦੀ ਲੜਾਈ ਲੜ ਰਹੇ ਹਾਂ ਜੀ। ਔਰ ਇਸ ਤੋਂ ਇਲਾਵਾ ਕੋਈ ਹੋਰ ਵੀ ਇਸ਼ੂਜ਼ ਹੈ ਨੇ? ਹੋਰ ਜੋ ਵੀ ਇਸ਼ੂਜ਼ ਜੋ ਵੀ ਹੋਣਗੇ, ਅਸੀਂ ਜੋ ਵੀ ਸਾਡੇ ਕੋਲ ਸਰਕਾਰ ਨੇ ਵਿਜੀਲੈਂਸ ਨੇ ਜੋ ਸਾਡੇ ਕੋਲ ਕਾਗਜ਼ ਮੰਗੇ ਅਸੀਂ ਸਾਰਾ ਕੁਝ ਉਹਨਾਂ ਦੇ ਹੈਂਡਓਵਰ ਕਰਤੇ, ਕਿਉਂਕਿ ਸਰਕਾਰ ਨੇ ਜੋ ਮੰਗੇ ਸਾਡੇ ਅਫਸਰਾਂ ਨੇ ਉਹਨਾਂ ਨੂੰ ਫਾਈਲਾਂ ਦੇ ਦਿੱਤੀਆਂ ਗਈਆਂ। ਅੱਛਾ ਬੱਸੀ ਸਾਹਿਬ, ਇਹ ਮਾਮਲਾ ਜਿਹੜਾ ਹੈ ਇਹ 2019 ਤੋਂ ਚੱਲ ਰਿਹਾ ਹੈ ਔਰ ਤੁਸੀਂ ਕਿਉਂਕਿ ਹੁਣ ਜਿਸ ਤਰੀਕੇ ਨਾਲ ਦੱਸ ਰਹੇ ਹੋ ਤੁਹਾਡੇ ਕੋਲੇ ਇਸ ਮਾਮਲੇ ਦੀ ਕਾਫੀ ਜਾਣਕਾਰੀ ਹੈ, ਸੋ ਤੁਸੀਂ ਇਹ ਵੀ ਦੱਸ ਰਹੇ ਹੋ ਕਿ ਅਸੀਂ ਕੋਰਟ ਦੇ ਵਿੱਚ ਇਸ ਦੀ ਲੜਾਈ ਲੜ ਰਹੇ ਹਾਂ। ਅਸੀਂ ਬੜੇ ਪ੍ਰਤੀਕਰਮ ਲਏ ਨੇ ਪੋਲੀਟੀਕਲ ਸਿਆਸੀ। ਇਸ ਦੇ ਵਿੱਚ ਕੀ ਹੁੰਦਾ ਕਿ ਕੋਈ ਵੀ ਤੁਸੀਂ ਵੀ ਜਾਣਦੇ ਹੋ ਚੰਗੇ ਤਰੀਕੇ ਨਾਲ ਕਿ ਹਰ ਇੱਕ ਜਿਹੜਾ ਰਿਐਕਸ਼ਨ ਹੁੰਦਾ ਪੋਲੀਟੀਕਲ ਰਿਐਕਸ਼ਨ, ਉਹਨੇ ਆਪਣੀ ਪਾਰਟੀ ਦੀ ਪੋਲਿਟਿਕਸ ਦੇ ਹਿਸਾਬ ਨਾਲ ਉਸ ਤੇ ਪ੍ਰਤੀਕਰਮ ਦੇਣਾ ਹੁੰਦਾ। ਪਰ ਮੈਂ ਤੁਹਾਡੇ ਤੋਂ ਇੱਕ
ईमानदार ਜਿਹੜਾ ਪ੍ਰਤੀਕਰਮ ਚਾਹੂੰਗਾ ਕਿ ਇੱਕ ਨਿਸ਼ਪਕਸ਼ ਨਿਰਪੱਖ ਪ੍ਰਤੀਕਰਮ ਚਾਹੂੰਗਾ ਕਿ ਇਸ ਵੇਲੇ ਜਿਹੜਾ ਜ਼ਿਕਰ ਹੋ ਰਿਹਾ ਹੈ ਉਹ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਪੋਲੀਟੀਕਲ ਵੰਡੈਟਾ ਵੀ ਕਹਿ ਰਹੀਆਂ ਨੇ ਕਿ ਵਿਜੀਲੈਂਸ ਦੀ ਜਿਹੜੀ ਕਾਰਵਾਈ ਹੈ ਇਹ ਪੋਲੀਟੀਕਲ ਵੰਡੈਟਾ ਹੈ। ਇਸ ਟਾਈਮਿੰਗ ਨੂੰ ਦੇਖਦੇ ਹੋਏ ਕਿ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਆਵਾਜ਼ ਚੱਕੀ ਤੇ ਹੁਣ ਵਿਜੀਲੈਂਸ ਤੋਂ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕਰਾਤੀ। ਦੇਖੋ ਇਸ ਤਰ੍ਹਾਂ ਕੁਝ ਨਹੀਂ ਹੈ, ਹਰ ਚੀਜ਼ ਨੂੰ ਟਾਈਮ ਲੱਗਦਾ ਹੈ। ਉਹਦੇ ਡਾਕੂਮੈਂਟਸ ਜਿਹੜੇ ਹੈਗੇ ਸੀ ਉਹਦੀ ਕਾਰਵਾਈ ਚੱਲਦੀ ਸੀ, ਰੂਟੀਨ ਡੇ ਬਾਈ ਡੇ ਹਰ ਚੀਜ਼ ਦੇ ਕਾਗਜ਼ ਮੰਗੇ ਜਾ ਰਹੇ ਸੀ ਔਰ ਅਸੀਂ ਦੇ ਰਹੇ ਸੀ। ਜਦੋਂ ਉਹਨਾਂ ਨੇ ਸਾਡੇ ਕੋਲ ਪੇਪਰ ਵਗੈਰਾ ਸਾਰੇ ਅਸੀਂ ਪੂਰੇ ਕਰਕੇ ਦਿੱਤੇ ਔਰ ਇਹ ਉਸ ਤੋਂ ਬਾਅਦ ਕਾਰਵਾਈ। ਇੱਕ ਪੋਲੀਟੀਕਲ ਵੈਂਡੇਟਾ ਕੁਝ ਨਹੀਂ ਹੈਗਾ, ਜੋ ਹੈ ਸੱਚਾਈ ਆ, ਕਾਗਜ਼ ਬੋਲਣਗੇ ਉਹਦੇ ਵਿੱਚ। ਤੇ ਤੁਸੀਂ ਪਹਿਲੇ ਵਿਜੀਲੈਂਸ ਕੋਲ ਗਏ ਸੀ ਜਾਂ ਪਹਿਲੇ ਕੋਰਟ ਗਏ ਸੀ ਬੱਸੀ ਸਾਹਿਬ? ਨਹੀਂ ਅਸੀਂ ਕੁਝ ਕੋਰਟ ਤੇ ਨਹੀਂ ਗਏ, ਅਸੀਂ ਤੇ ਉਹ ਜਿਹੜੇ ਅਸੀਂ ਉਹਨਾਂ ਦੀ ਨੀਮਾਂ ਦੀਆਂ ਧੱਜੀਆਂ ਉਡਾ ਕੇ ਜਿਹੜੇ ਉਹ ਬੂਥ ਲਿੱਤੇ ਗਏ ਸੀ, ਅਸੀਂ ਉਸ ਬੂਥਾਂ ਨੂੰ ਮੈਂ ਖੁਦ ਆਪਣੇ ਸਾਰੇ ਸਟਾਫ ਨੂੰ ਲੈ ਕੇ ਅਸੀਂ ਉਹਨਾਂ ਨੂੰ ਸੀਲ ਕਰਨ ਗਏ ਸੀ ਕਿ ਇਹ ਗਲਤ ਤਰੀਕੇ ਨਾਲ ਤੇ ਕਬਜ਼ਾ ਕਰਨ ਗਿਆ। ਔਰ ਉਹਨਾਂ ਨੇ ਫਿਰ ਜਿਹੜੇ ਦੂਸਰੀ ਪਾਰਟੀ ਸੀ ਉਹ ਕੋਰਟ 'ਚ ਗਏ, ਫਿਰ ਅਸੀਂ ਉਹਦੀ ਅੱਜ ਲੜਾਈ ਲੜ ਰਹੇ ਹਾਂ ਔਰ ਕੋਰਟ ਦੇ ਵਿੱਚ ਉਹਨਾਂ ਨੇ ਉਹਦੇ ਵਿੱਚ ਉਹਨਾਂ ਦੀ ਜੋ ਸਮਾਨ ਐਜ਼ ਇਟ ਇਜ਼ ਅਸੀਂ ਸੀਲ ਕੀਤਾ ਹੋਇਆ। ठीक है, साडे सहयोगी पंकज कपाही भी लगातार जुड़े हुए ने। पंकज, दिनेश बस्सी होरां दी स्टेटमेंट जिहड़ी है वो काफ़ी इंपॉर्टेंट है, जिस तरीके नाल दिनेश बस्सी दस रहे ने, क्योंकि तुसी इस ते पूरी रिसर्च कीती है, तुसी इस नूं पूरा फॉलो कर रहे हो पिछले कई दिनों तो। दिनेश बस्सी होरां नूं जे कोई सवाल पूछना चाहो तो पंकज ही बनता है कि वो दो बूथां दा मामला की है, ਉਹ ਦੋ ਬੂਥ ਦਾ ਜਿਹੜਾ ਜ਼ਿਕਰ ਹੋ ਰਿਹਾ ਉਸ ਦੇ ਵਿੱਚ ਸੱਚਾਈ ਕੀ ਹੈ। ਦੂਸਰਾ ਸਵਾਲ ਇਹ ਹੈ ਕਿ ਰਣਜੀਤ ਐਵਨਿਊ ਦੇ ਵਿੱਚ ਜਿਸ ਕੋਠੀ ਦਾ ਜ਼ਿਕਰ ਹੋ ਰਿਹਾ, ਜੋ ਕਿਹਾ ਜਾ ਰਿਹਾ ਕਿ ਕੋਠੀ ਜਿਹੜੀ ਉਹ ਦਿੱਤੀ ਗਈ। ਤੀਸਰਾ ਇਹ ਸਵਾਲ ਬਣਦਾ ਹੈ ਕਿ ਇਸ ਤੋਂ ਇਲਾਵਾ ਇੱਕ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਜਿਹੜੇ ਕਰੀਬੀ ਨੇ ਉਹਨਾਂ ਨੇ ਇੱਕ ਕੰਪਨੀ ਖੋਲੀ, ਕਿਸ ਤਰੀਕੇ ਨਾਲ ਉਹਨਾਂ ਨੂੰ ਟੈਂਡਰ ਮਿਲੇ, ਕਿੱਥੋਂ ਉਹਨਾਂ ਨੇ ਮੁਨਾਫਾ ਕਮਾਇਆ। ਇਹ ਤਿੰਨ ਤਫਤੀਸ਼ਾਂ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਚੱਲ ਰਹੀਆਂ ਨੇ। बसी साहब, आवाज पहुंची थोड़े तक पंकज दी? बसी साहब, सवाल इस वेले है जेड़ा तुसी जिक्र कर रहे हो, एक ते दो बूथां दा, एक जेड़ा कंस्ट्रक्शन बिजनेस दा, उस बारे भी जे थोड़ी जी कोई डिटेल तुहाडे कोले होवे या कोई चानना पा सको, वाकई की उस दे विच की सच्चाई है? ਉਹਦੇ ਵਿੱਚ ਵੀ ਕਾਫੀ ਕੁਝ ਹੈ, ਜੋ ਕੁਝ ਹੈਗਾ ਅਸੀਂ ਜੋ ਪੇਪਰਸ ਹੈਗੇ ਉਹ ਸਾਰਾ ਕੁਝ ਅਸੀਂ ਕਲੀਅਰ ਕਰ ਰਹੇ ਹਾਂ ਔਰ ਕਰ ਚੁੱਕੇ ਹਾਂ। ਜੋ ਵੀ ਹੈ ਇਹਨਾਂ ਦੇ ਪੀਆਂ ਨੇ, ਇਹਨਾਂ ਦੇ ਕਾਫੀ ਜਿਹੜੇ ਇਸ ਨਾਲ ਜੁੜੇ ਲੋਕਾਂ ਨੇ ਬਹੁਤ ਵੱਡੀ ਤਾਂਦਲੀਆਂ ਕੀਤੀਆਂ ਸੀ, ਉਹ ਸਾਰੀਆਂ ਅਸੀਂ ਸਰਕਾਰ ਨੂੰ ਦੇ ਚੁੱਕੇ, ਵਿਜੀਲੈਂਸ ਵਾਲਿਆਂ ਨੂੰ ਦੇ ਚੁੱਕੇ ਹਾਂ। कोई जी पंकज कुछ कहना चाह रहे? जी पंकज। ਬਿਲਕੁਲ ਵਿਜੇ, ਇੱਕ ਸਵਾਲ ਇਹ ਵੀ ਇਹਨਾਂ ਨੂੰ ਪੁੱਛਣਾ ਹੈ ਕਿ ਕੀ ਇਹਨਾਂ ਦੇ ਨਾਲ ਵਿਜੀਲੈਂਸ ਨੇ ਸੰਪਰਕ ਸਾਧਿਆ ਹੈ, ਕਿ ਵਿਜੀਲੈਂਸ ਨੇ ਇਹਨਾਂ ਕੋਲ ਦਸਤਾਵੇਜ਼ ਲਏ ਨੇ ਕੋਈ, ਇਹ ਇਸ ਬਾਰੇ ਜਾਣਕਾਰੀ ਦੇ ਸਕਣ ਤਾਂ? जी बिल्कुल पंकज, जो दस रहे ने उन्होंने ये जानकारी दी है कि उन्होंने सारे डॉक्यूमेंट्स जिहड़े ने वो विजिलेंस नूं सौंप दिते हैं, विजिलेंस नूं प्रोवाइड करवा दिते हैं। उसे दे बेस ते ही अगे विजिलेंस जिहड़ी है वो कार्रवाई कर रही है। मैं बसी साहब एक चीज़ थोड़े तो जाननी चाहना है, जो साडे सूत्रां दे मुताबिक खबरां सी, असी अप्रोच भी की, उन्हां तो जानने की कोशिश भी की, पर सीनियर अफसर जिहड़े है वो मीडिया च आके पहला जानकारी नहीं देंदे। उन्होंने कहा कि असी अपनी जानकारी जिहड़ी हैगी है वो सारी अपनी फाइलां सीनियर अफसरां नूं देवांगे। तुसी किन्ने दिन पहला या किन्ना टाइम पहला विजिलेंस नूं ये सारे डॉक्यूमेंट सौंपे ने, कि ये दस सकदे हो? देखो, ये बहुत देर टाइम तक चल रहा सी, जो साडे को कल्ले इन्हां दे नहीं, जो भी साडे ऑफिस दे विच मेरी आवाज वापस आ गई। जी आ रही तुहाडी आवाज बसी साहब। लेकिन जो भी रेगुलर चल रहे सी, जो साडे को डॉक्यूमेंट मंगे जा रहे सी साडे ऑफिसर साहिबाना को असीं दे रहे सी। नहीं हुण लेटेस्ट कोई मुहैया करवाए गए ने, जिहड़ी हुण जांच चल रही है, हुण विजिलेंस दी टीम आई है तुहाडे दफ्तर? नहीं है, नहीं ऐसा कुछ नहीं है जी।
ਅੱਛਾ ਇੱਕ 2019 ਦੀ ਜਿਹੜੀ ਜਾਂਚ ਚੱਲ ਰਹੀ ਸੀ ਬੱਸੀ ਸਾਹਿਬ, ਉਦੋਂ ਇੱਕ ਨਵਜੋਤ ਕੌਰ ਸਿੱਧੂ ਹੋਰਾਂ ਨੂੰ ਜਦੋਂ ਪੁੱਛਿਆ ਗਿਆ ਸੀ, ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦਾ ਪ੍ਰਤੀਕਰਮ ਲੈਣ ਦੀ, ਪਰ ਹਾਲੇ ਤੱਕ ਉਹਨਾਂ ਤੱਕ ਐਕਸੈਸ ਨਹੀਂ ਹੋ ਪਾਇਆ। ਉਦੋਂ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਜੇ ਜਾਂਚ ਇਸ ਤਰੀਕੇ ਨਾਲ ਹੋ ਰਹੀ ਹੈ ਤਾਂ ਫਿਰ ਪਿਛਲੀਆਂ ਜਿੰਨੀਆਂ ਗੜਬੜੀਆਂ ਹੋਈਆਂ ਜਾਂ ਹੋਰ ਜਿਹੜੇ ਮਹਿਕਮਿਆਂ ਦੇ ਵਿੱਚ ਗੜਬੜੀਆਂ ਹੁੰਦੀਆਂ ਉਹਨਾਂ ਸਾਰਿਆਂ ਦੀ ਜਾਂਚ ਵੀ ਸਰਕਾਰ ਨੂੰ ਲੱਗਦੇ ਹੱਥ ਕਰਾ ਲੈਣੀ ਚਾਹੀਦੀ ਹੈ। ਇਹ ਉਸ ਵੇਲੇ ਬਿਆਨ ਦਿੱਤਾ ਸੀ ਜਦੋਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਵਿਜੀਲੈਂਸ ਦੀ ਕਾਰਵਾਈ ਚੱਲ ਰਹੀ ਹੈ। ਬੱਸੀ ਜੀ, मेरी आवाज मिल पा रही है दिनेश जी? तो दिनेश बस्सी होरी साडे नाल जुड़े हुए ने, कोशिश करांगे उन्हां दे नाल दोबारा गलबात करन दी, पर काफी चीज़ां उन्होंने क्लीयर कीतियां ने। पंकज कपाही जुड़े हुए ने। पंकज, दिनेश बस्सी होरां ने ਜਿਹੜੇ ਸਵਾਲਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਉਹਨਾਂ ਬਾਰੇ ਬਿਲਕੁਲ ਸਟੀਕ ਇਹ ਜਿਹੜੀ ਹੈ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਸੀਂ ਜਿਹੜੇ ਡਾਕੂਮੈਂਟ ਸੀ ਉਹ ਵਿਜੀਲੈਂਸ ਨੂੰ ਸੌਂਪ ਦਿੱਤੇ ਨੇ। ਗੜਬੜੀਆਂ ਜਿਹੜੀਆਂ ਸੀ ਬਿਲਕੁਲ ਉਸ ਵੇਲੇ ਉਹਦੇ ਵਿੱਚ ਹੋਈਆਂ ਸੀ। ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਬੂਥ ਅਲਾਟ ਕੀਤੇ ਸੀ, ਜਿਹੜਾ ਅਲਾਟ ਕਰਨ ਦਾ ਜ਼ਿਕਰ ਸੀ, ਹਾਲਾਂਕਿ ਇਹ ਟੈਕਨੀਕਲ ਚੀਜ਼ਾਂ ਹੁੰਦੀਆਂ, ਕਈ ਵਾਰੀ ਇਹਨਾਂ ਨੂੰ ਪੂਰੀ ਘੋਖ ਪੜਤਾਲ ਜਿਵੇਂ ਵਿਜੀਲੈਂਸ ਕਰਦੀ ਹੈ ਉਸ ਤਰੀਕੇ ਨਾਲ ਸਮਝਣਾ ਮੁਸ਼ਕਿਲ ਹੋ ਜਾਂਦਾ, ਪਰ ਮੋٹے ਤੌਰ ਤੇ ਜਿਹੜੀ ਜਾਣਕਾਰੀ ਦਿਨੇਸ਼ ਬੱਸੀ ਹੋਰਾਂ ਨੇ ਦਿੱਤੀ ਹੈ ਵੀ ਹਾਂ ਉਸ ਵੇਲੇ ਉਸ ਦੇ ਵਿੱਚ ਗੜਬੜੀ ਹੋਈ ਸੀ। ਔਰ ਉਸ ਤੋਂ ਬਾਅਦ ਜਦੋਂ ਕਿਉਂਕਿ ਇਹਨਾਂ ਕੋਲੇ ਜ਼ਿੰਮੇਵਾਰੀ ਸੀਗੀ ਇੰਪਰੂਵਮੈਂਟ ਟਰਸਟ ਦੀ, ਇਸ ਕਰਕੇ ਜਦੋਂ ਇਹਨਾਂ ਨੇ ਉਸ ਕਾਰਵਾਈ ਨੂੰ ਅੱਗੇ ਰੋਕਣ ਦੀ ਕੋਸ਼ਿਸ਼ ਕੀਤੀ, ਫਿਰ ਦੂਜੀ ਪਾਰਟੀ ਕੋਰਟ ਦੇ ਵਿੱਚ ਚਲੀ ਗਈ ਔਰ ਫਿਰ ਮਾਮਲਾ ਉਸ ਤੋਂ ਬਾਅਦ ਕੋਰਟ 'ਚ ਵੀ ਚੱਲ ਰਿਹਾ ਹੈ ਔਰ ਉਹ ਪ੍ਰਾਪਰਟੀ ਉਦੋਂ ਦੀ ਸੀਲਡ ਹੈ। ਯਾਨੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਸ ਦਿਨੇਸ਼ ਬੱਸੀ ਹੋਰਾਂ ਦੇ ਮੁਤਾਬਕ ਉਸ 'ਚ ਉਹਨਾਂ ਨੂੰ ਇੱਕ ਤਰੀਕੇ ਨਾਲ ਉਹਨਾਂ ਨੇ ਪੁਸ਼ਟੀ ਕੀਤੀ ਹੈ। ਬਿਲਕੁਲ ਵਿਜੇ, ਜੋ ਲਗਾਤਾਰ ਮੇਰੀ 4 ਦਿਨ ਦੀ ਇਨਵੈਸਟੀਗੇਸ਼ਨ ਸੀਗੀ ਉਸ ਤੋਂ ਉੱਥੇ ਇਹੀ ਪਤਾ ਲੱਗਾ ਸੀਗਾ ਕਿ ਇੰਪਰੂਵਮੈਂਟ ਟਰਸਟ ਤੋਂ ਬਹੁਤ ਸਾਰੇ ਡਾਕੂਮੈਂਟ ਜਿਹੜੇ ਨੇ ਉਹ ਲਿੱਤੇ ਗਏ ਨੇ, ਉਹ ਵਿਜੀਲੈਂਸ ਨੇ ਲਿੱਤੇ ਨੇ। ਸੰਪਰਕ ਸਿਰਫ ਇਹ ਕੱਲ੍ਹ ਜਾਂ ਪਰਸੋਂ ਦਾ ਮਾਮਲਾ ਨਹੀਂ, ਪਿਛਲੇ 2 ਸਾਲ ਤੋਂ ਇਸ ਤੇ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਔਰ ਉਹ ਸਾਰੀ ਇਨਵੈਸਟੀਗੇਸ਼ਨ ਜਦੋਂ ਜਿਵੇਂ ਅੱਗੇ ਵੱਧਦੀ ਗਈ ਉਸ ਤੋਂ ਬਾਅਦ ਜਿਹੜੀ ਇੱਕ ਫਾਈਲ ਤਿਆਰ ਹੋਈ, ਇੱਕ ਮੋਟੀ ਫਾਈਲ ਤਿਆਰ ਹੋਈ ਹੈ, ਉਸ ਦੇ ਵਿੱਚ ਇਹ तमाम ਦਸਤਾਵੇਜ਼ ਨੇ। ਮਿਊਨਿਸਪਲ ਕਾਰਪੋਰੇਸ਼ਨ ਤੋਂ ਵੀ ਕੁਝ ਦਸਤਾਵੇਜ਼ ਲਏ ਨੇ, ਉਹਨਾਂ 'ਚੋਂ ਕੁਝ ਦਸਤਾਵੇਜ਼ ਨਿਊਜ਼ 18 ਤੱਕ ਵੀ ਪਹੁੰਚੇ ਨੇ। ਉਹ ਦਸਤਾਵੇਜ਼ਾਂ ਦੇ ਆਧਾਰ ਤੇ ਇੱਕ ਫਾਈਲ ਤਿਆਰ ਕੀਤੀ ਗਈ ਹੈ ਵਿਜੀਲੈਂਸ ਵੱਲੋਂ, ਜਿਸ ਦੇ ਵਿੱਚ ਕਈ ਸਾਰੀਆਂ ਖਾਮੀਆਂ ਨੇ, ਕਈ ਸਾਰੇ ਉਸ ਦੇ ਵਿੱਚ ਇਹ ਜ਼ਿਕਰ ਹੋਇਆ ਕਿ ਉਹ ਸ਼ਰਤਾਂ ਪੂਰੀਆਂ ਨਹੀਂ ਕਰਦੇ ਸੀਗੇ, ਜਿਸ ਤਰੀਕੇ ਨਾਲ ਟੈਂਡਰ ਦਿੱਤੇ ਗਏ, ਜਿਸ ਤਰੀਕੇ ਦੇ ਨਾਲ ਗੜਬੜੀਆਂ ਸਾਹਮਣੇ ਆਈਆਂ ਨੇ। ਉਹੀ ਫਾਈਲ ਹੁਣ ਚੰਡੀਗੜ੍ਹ ਪਰਮਪਾਲ ਹੋਰੀ ਲੈ ਕੇ ਪਹੁੰਚੇ ਨੇ ਔਰ ਕਿਉਂਕਿ ਇੰਨਾ ਸੀਰੀਅਸ ਮੈਟਰ ਹੈ ਇਸ ਕਰਕੇ ਅਸੀਂ ਸਿੱਧੂ ਹੋਰਾਂ ਦਾ ਵੀ ਰਿਐਕਸ਼ਨ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਧਰੋਂ ਇਹਨਾਂ ਨੇ ਵੀ ਪੁਸ਼ਟੀ ਕਰਤੀ ਹੈ, ਯਾਨੀ ਕਿ ਜਿਸ ਇਨਵੈਸਟੀਗੇਸ਼ਨ ਵਾਲੇ ਪਾਸੇ ਨਿਊਜ਼ 18 ਦੀ ਟੀਮ ਚੱਲੀ ਸੀ ਉਸ ਦੇ ਇੱਕ ਤੋਂ ਬਾਅਦ ਇੱਕ ਖੁਲਾਸੇ ਵੀ ਹੁੰਦੇ ਹੋਏ ਸਾਹਮਣੇ ਆ ਰਹੇ ਨੇ। ਅਸੀਂ ਸੋਰਸਿਸ ਤੋਂ ਚਲਾ ਰਹੇ ਸੀਗੇ, ਰਵਨੀਤ ਬਿੱਟੂ ਥੋੜੀ ਦੇਰ ਪਹਿਲਾਂ ਉਹ ਇਸ ਗੱਲ ਦੀ ਪੁਸ਼ਟੀ ਕਰ ਗਏ ਕਿ ਜੋ ਤੁਸੀਂ ਇਨਵੈਸਟੀਗੇਸ਼ਨ ਦਾ ਜ਼ਿਕਰ ਕਰ ਰਹੇ ਹੋ ਉਹ ਮੈਂ ਪੁਸ਼ਟੀ ਕਰਦਾ ਕਿ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਵਿਜੇ। ਹਾਂ, ਹੁਣ ਦਿਨੇਸ਼ ਬੱਸੀ ਹੋਰਾਂ ਨੇ ਵੀ ਇਸ ਚੀਜ਼ ਦੀ ਇੱਕ ਤਰੀਕੇ ਨਾਲ ਪੁਸ਼ਟੀ ਕੀਤੀ ਹੈ ਵੀ ਹਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਅਸੀਂ ਵਿਜੀਲੈਂਸ ਨੂੰ ਪ੍ਰੋਵਾਈਡ ਕਰਾਇਆ ਹੈ। ਬੱਸੀ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ। ਬੱਸੀ ਸਾਹਿਬ, ਮੇਰੀ ਆਵਾਜ਼ ਕਲੀਅਰ ਮਿਲ ਪਾ ਰਹੀ ਹੈ ਤੁਹਾਨੂੰ? ਕੁਝ ਸਵਾਲ ਨੇ ਮੇਰੇ, ਫਿਰ ਮੈਂ ਤੁਹਾਡੇ ਤੋਂ ਜਾਨਣਾ ਚਾਹਣਾ ਜਿਹੜੇ। ਅੱਛਾ ਬੱਸੀ ਸਾਹਿਬ, ਮੈਂ ਇਹ ਜਾਨਣਾ ਚਾਹਣਾ ਜਿਹੜੀ ਤੁਸੀਂ ਬੂਥਾਂ ਦਾ ਜ਼ਿਕਰ ਕਰ ਰਹੇ ਹੋ ਕਿ ਬੂਥ ਅਲਾਟਮੈਂਟ ਹੋਈ, ਆਮ ਤੌਰ ਤੇ ਮੈਂ ਜੇ ਦੇਸੀ ਭਾਸ਼ਾ ਦੇ ਵਿੱਚ ਤੁਸੀਂ ਸਮਝਾ ਸਕੋ, ਕਿਉਂਕਿ ਬਹੁਤ ਟੈਕਨੀਕਲ ਗੱਲਾਂ ਜਿਹੜੀਆਂ ਹੁੰਦੀਆਂ ਕਈ ਵਾਰੀ ਬਰੀਕੀ 'ਚ ਜਾ ਕੇ ਉਹ ਦਰਸ਼ਕਾਂ ਨੂੰ, ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ। ਮੈਂ ਤੁਹਾਡੇ ਤੋਂ ਦੇਸੀ ਭਾਸ਼ਾ ਦੇ ਵਿੱਚ ਇਹ ਸਮਝਣਾ ਚਾਹਣਾ ਹੈ ਕਿ ਜਦੋਂ ਇੰਪਰੂਵਮੈਂਟ ਟਰਸਟ ਬੂਥ ਦਿੰਦੇ ਹੈ ਲੋਕਾਂ ਨੂੰ ਜਾਂ ਉਸ ਦਾ ਟੈਂਡਰ ਕੱਢਦੇ ਹੈ ਤਾਂ ਉਹ ਬੂਥ ਤਾਂ ਕੋਈ ਵੀ ਲੈ ਸਕਦਾ ਹੈ। ਜਦੋਂ ਅਸੀਂ ਕਹਿੰਦੇ ਆ ਕਿ ਉਸ ਬੂਥ ਦੇ ਵਿੱਚ ਗੜਬੜ ਹੋ ਗਈ ਜਾਂ ਆਪਦੇ ਚਹੇਤਿਆਂ ਨੂੰ ਦੇ ਦਿੱਤਾ ਗਿਆ, ਉਹ ਕਿਸ ਤਰੀਕੇ ਨਾਲ ਗੜਬੜ ਹੁੰਦੀ ਹੈ? ਕਿਉਂਕਿ ਜੇ ਖੁੱਲਾ ਟੈਂਡਰ ਹੈ ਤਾਂ ਫਿਰ ਉਸ ਤੇ ਕੋਈ ਸ਼ਰਤ ਤਾਂ ਹੁੰਦੀ ਨਹੀਂ ਕਿ ਜੇ ਤੁਸੀਂ ਕਿਸੇ ਦੇ ਪੀਏ ਹੋ ਤਾਂ ਤੁਸੀਂ ਲੈ ਨਹੀਂ ਸਕਦੇ, ਜੇ ਕੀ ਜਾਂ ਉਸ ਦੇ ਵਿੱਚ ਕੋਈ ਸ਼ਰਤਾਂ ਹੁੰਦੀਆਂ। ਥੋੜਾ ਜਿਹਾ ਜੇ ਡਿਟੇਲ ਚ ਸਮਝਾ ਸਕੋ ਕਿ ਫਾਇਦਾ, ਜਦੋਂ ਆਪਾਂ ਕਹਿੰਦੇ ਆ ਕਿ ਫਾਇਦਾ ਦਿੱਤਾ ਗਿਆ, ਉਹ ਫਾਇਦਾ ਕਿਵੇਂ ਦਿੱਤਾ ਜਾਂਦਾ ਹੈ? ਦੇਖੋ, ਕੁਝ ਚੀਜ਼ਾਂ ਐਸੀਆਂ ਹੈ, ਕੁਝ ਪ੍ਰਾਪਰਟੀਆਂ ਸਾਡੀਆਂ ਐਸੀਆਂ ਹੁੰਦੀਆਂ ਕਿ ਜਿਹੜੀਆਂ ਸਾਡੀਆਂ ਰੈਗੂਲਰ ਈ ਬੋਲੀ ਦੇ ਥਰੂ ਵਿਕਦੀਆਂ, ਜਿਹੜੀਆਂ ਪ੍ਰਾਪਰਟੀਆਂ ਸਾਡੀਆਂ ਵਿਕ ਸਕਦੀਆਂ ਜੀ, ਅਸੀਂ ਉਹਨੂੰ ਈ ਬੋਲੀ ਦੇ ਰਾਹੀਂ ਵੇਚਦੇ ਹਾਂ। ਕੁਝ ਪ੍ਰਾਪਰਟੀਆਂ ਸਾਡੀਆਂ ਐਸੀਆਂ ਜਿਹੜੀਆਂ ਸਾਡੇ ਕੋਲ ਨਹੀਂ ਵਿਕਦੀਆਂ, ਉਹਦੀਆਂ ਵੈਲਿਊਜ਼ ਜ਼ਿਆਦਾ ਹੁੰਦੀ ਹੈ, ਉਹ ਨਹੀਂ ਵਿਕਦੀਆਂ ਜਾਂ ਉਹਦੀ ਲੋਕੇਸ਼ਨ ਵਧੀਆ ਨਹੀਂ ਹੁੰਦੀ, ਉਹ ਫਿਰ ਅਸੀਂ ਸਰਕਾਰ ਕੋਲ ਮਨਜ਼ੂਰੀ ਲੈ ਕੇ ਉਹਨੂੰ
ਰੈਂਟ ਤੇ ਲਿਖਦੇ ਲੀਜ਼ ਤੇ ਦੇ ਦਿੰਦੇ ਆ ਕਿ ਇਹਨੂੰ ਇਸ ਤਰ੍ਹਾਂ ਦਾ ਲੀਜ਼ ਤੇ ਦਿੱਤੀਆਂ ਜਾਣ। ਕਈ ਸਾਡੀਆਂ ਐਸੀਆਂ ਮਾਰਕੀਟਾਂ ਜਿਹਨੂੰ ਅਸੀਂ ਪੁਰਾਣੀਆਂ ਲੀਜ਼ ਤੇ ਦਿੰਦੇ ਆ ਔਰ ਉਹਦੀ ਲੀਜ਼ ਹਰ ਸਾਲ ਜੋ ਸਰਕਾਰ ਦੇ ਨਿਯਮ ਕਾਇਦੇ ਦੇ ਨਾਲ ਵਧਾਉਂਦੇ ਆ। ਲੇਕਿਨ ਜਿਹੜੀ ਇਹ ਸਾਡਾ ਪੌਸ਼ ਏਰੀਆ ਸੀ ਰਣਜੀਤ ਐਵੀਨਿਊ, ਜਿੱਥੇ ਸਾਡੀ ਪ੍ਰਾਪਰਟੀ ਲਗਭਗ ਜਿਸ ਦਿਨ ਅਸੀਂ ਉਹਨੂੰ ਲਗਾਈਏ ਬੋਲੀ ਤੇ ਔਰ ਵਿਦਿਨ 15 ਮਿੰਟ ਉਹ ਪ੍ਰਾਪਰਟੀਆਂ ਸਾਡੀਆਂ ਵਿਕਦੀਆਂ ਨਹੀਂ। ਉਹ ਪ੍ਰਾਪਰਟੀਆਂ ਨੂੰ ਲੀਜ਼ ਤੇ ਲਿਖਿਆ ਗਿਆ ਔਰ ਲਿਖਿਆ ਵੀ ਨਹੀਂ ਗਿਆ, ਉਹਦੇ ਜਸਟ ਡਾਕੂਮੈਂਟ ਲੈ ਕੇ ਉਹਨੂੰ ਉਹਦੇ ਤੇ ਕਬਜ਼ਾ ਕਰਕੇ ਔਰ ਅੱਗੇ ਲੀਜ਼ ਤੇ ਦਿੱਤਾ ਗਿਆ। ਔਰ ਗੌਰਵ ਵਾਸੂਦੇਵ ਨੇ ਆਪਣੀ ਮਿਸਿਸ ਦੇ ਨਾਮ ਤੇ ਉਹ ਲੀਜ਼ ਝੂਠੀ ਬਣਾ ਕੇ ਤੇ ਅੱਗੇ ਕਿਸੇ ਨੂੰ ਲੀਜ਼ ਤੇ ਚੜਾਈਆਂ ਹੋਈਆਂ ਸੀ। ਨਹੀਂ ਉਹਦੇ ਚ ਨੁਕਸਾਨ ਕਿਸ ਤਰੀਕੇ ਨਾਲ ਹੋਇਆ ਜਾਂ ਤੁਸੀਂ ਨੁਕਸਾਨ ਨੂੰ ਕਿਵੇਂ ਆਂਕਦੇ ਹੋ? ਦੇਖੋ ਜੀ 1.5 ਕਰੋੜ 1.5 ਪੌਣੇ 2 ਕਰੋੜ ਰੁਪਏ ਦੀ ਪ੍ਰਾਈਮ ਲੋਕੇਸ਼ਨ ਤੇ ਕਾਰਨਰ ਦੀਆਂ 2 ਦੁਕਾਨਾਂ ਸੀ ਜਿਹੜੀਆਂ ਸਾਡੀਆਂ ਪ੍ਰਾਈਮ ਲੋਕੇਸ਼ਨ ਤੇ ਜਿਹੜੀਆਂ ਸੀ ਵੇਚਣੀਆਂ ਸੀ, ਸਰਕਾਰ ਨੂੰ ਉਹਦਾ ਪੈਸਾ ਆਣਾ ਸੀ। ਉਹ ਦੁਕਾਨਾਂ ਨੂੰ 2000 4000 ਰੁਪਏ ਦੀ ਲੀਜ਼ ਤੇ ਦੇ ਕੇ ਅੱਗੇ ਕਿਰਾਏ ਤੇ ਚੜਾ ਦਿੱਤਾ ਗਿਆ। ਜਦੋਂ ਸਾਨੂੰ ਕਿਰਾਇਆ ਵੀ ਨਹੀਂ ਆਂਦਾ ਸੀ ਤੇ ਉਹਦਾ ਕਿਸ ਤਰ੍ਹਾਂ ਸੀ ਵੇਚ ਸਕਦੇ ਸੀ? ਔਰ ਬਸੀ ਸਾਹਿਬ ਇੱਕ CLU ਦਾ ਵੀ ਕੁਝ ਜ਼ਿਕਰ ਹੋਇਆ ਕਿ ਅੰਮ੍ਰਿਤਸਰ ਦੇ ਵਿੱਚ ਕੁਝ ਐਸਾ ਵੀ ਕੋਈ ਮਾਮਲਾ ਸੀ CLU ਵਾਲਾ? ਉਹ ਮੈਨੂੰ ਉਹਦੇ ਬਾਰੇ ਕੋਈ ਇੰਨੀ ਕੋਈ ਜਾਣਕਾਰੀ ਨਹੀਂ, CLU ਵਗੈਰਾ ਬਾਰੇ ਕੋਈ ਜਾਣਕਾਰੀ ਨਹੀਂ। ਜੋ ਹੈਗੀ ਉਹ ਮੈਂ ਤੁਹਾਨੂੰ ਦੱਸਿਆ ਜੀ। ਤੁਹਾਡਾ ਸਿਰਫ ਇਹ ਬੂਥਾਂ ਵਾਲਾ ਜਿਹੜਾ ਸੀ ਅੰਮ੍ਰਿਤਸਰ ਦਾ, ਹੋਰ ਵੀ ਕੁਝ ਹੋਏਗਾ ਤੇ ਉਸ ਵਿਜੀਲੈਂਸ ਜਾਂ ਇਸ ਤੋਂ ਇਲਾਵਾ ਵੀ ਕੋਈ ਜਾਂਚ ਕਰ ਰਹੇ ਆ। ਨਹੀਂ, ਇਸ ਤੋਂ ਇਲਾਵਾ ਵੀ ਕੋਈ ਸੀ ਜਿਹੜਾ ਇੰਪਰੂਵਮੈਂਟ ਟਰਸਟ ਦੇ ਤਹਿਤ ਆਉਂਦਾ ਸੀ ਬੂਥਾਂ ਤੋਂ ਇਲਾਵਾ? ਮੇਰੀ ਨਿਗਾਹ 'ਚ ਤੇ ਆਈ ਹੈ, ਬਾਕੀ ਕੁਝ ਹੋਏਗਾ ਤੇ ਮੈਨੂੰ ਪਤਾ ਨਹੀਂ ਕਿਉਂਕਿ ਜ਼ਿਆਦਾਤਰ ਸਾਡੇ ਆਫੀਸਰ ਸਾਹਿਬਾਨਾਂ ਕੋਲ ਫਾਈਲਾਂ ਮੰਗਾ ਰਹੇ। ਜੋ ਕੁਝ ਹੋਏਗਾ ਤੇ ਉਹ ਮੈਨੂੰ ਪਤਾ ਨਹੀਂ ਹੈ ਕਿਉਂਕਿ ਇਹ ਜਿਹੜੇ ਬੂਥ ਸੀ ਇਹ ਮੈਂ ਆਪ ਖੁਦ ਜਾ ਕੇ ਸੀਲ ਕੀਤੇ ਸੀ ਕਿਉਂਕਿ ਕਿਸੇ ਨੇ ਇੱਥੇ ਸਾਡੇ ਮੰਨਾ ਜੀ ਹੈਗੇ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਔਰ ਇਲਾਕੇ ਵਾਲਿਆਂ ਨੇ ਸ਼ਿਕਾਇਤ ਲਿਖ ਕੇ ਦਿੱਤੀ ਸੀ ਕਿ ਇਹ ਜਿਹੜੇ ਬੂਥ ਹੈ ਇਹ ਗਲਤ ਤਰੀਕੇ ਦੇ ਨਾਲ ਕਬਜ਼ਾ ਕਰਾਇਆ ਗਿਆ ਹੈ, ਇਹਨੂੰ ਹਟਾਇਆ ਜਾਵੇ। ਉਹਦੀਆਂ ਅੱਛਾ, ਤੁਹਾਡੀ ਬੱਸੀ ਸਾਹਿਬ ਕਦੇ ਇਸ ਬਾਬਤ ਤੁਹਾਡੀ ਬੱਸੀ ਸਾਹਿਬ ਇਸ ਬਾਬਤ ਕਦੇ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਜਾਂ ਨਵਜੋਤ ਕੌਰ ਸਿੱਧੂ ਹੋਰਾਂ ਨਾਲ ਗੱਲ ਨਹੀਂ ਹੋਈ? ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਵੀ ਇਸ ਤਰੀਕੇ ਦੀ ਇਹ ਜਿਹੜੀ ਗੜਬੜੀ ਹੈ ਔਰ ਬੀਇੰਗ ਇੰਪਰੂਵਮੈਂਟ ਟਰਸਟ ਦੇ ਨੁਮਾਇੰਦੇ ਤੁਸੀਂ ਚਾਹੁੰਦੇ ਹੋ ਵੀ ਇਹ ਜਿਹੜਾ ਮਸਲਾ ਹੈ ਹੱਲ ਹੋਵੇ ਕਿਉਂਕਿ ਉਹ ਅੰਮ੍ਰਿਤਸਰ ਦੇ ਉੱਥੋਂ ਦੇ ਲੀਡਰ ਨੇ? ਨਾ ਜੀ, ਮੇਰਾ ਤੇ ਉਹ ਸਾਡਾ ਫੋਨ ਵੀ ਨਹੀਂ ਚੁੱਕਿਆ ਕਦੀ ਉਹਨਾਂ ਨੇ, ਤੇ ਫੋਨ ਹੀ ਨਹੀਂ ਚੁੱਕਦੇ ਸੀ। ਔਰ ਸੈਕਿੰਡ ਆਫ ਆਲ ਜਦੋਂ ਹੋਇਆ ਸੀ ਔਰ ਉਸ ਤੋਂ ਅਸੀਂ ਕੀ ਕਾਰਵਾਈ ਕੀਤੀ ਸੀ, ਉਹਨਾਂ ਨੂੰ ਸਭ ਪਤਾ ਸੀ ਆਲਰੇਡੀ, ਇਹ ਚੀਜ਼ਾਂ ਦਾ ਪਤਾ ਲੱਗ ਰਿਹਾ ਸੀ ਕਿਉਂਕਿ ਡੇਲੀ ਪੇਪਰ ਦੇ ਵਿੱਚ ਉਹ ਖਬਰਾਂ ਲੱਗ ਰਹੀਆਂ ਸੀ ਤੇ ਉਹ ਨੈਚੁਰਲੀ ਉਹਨਾਂ ਨੂੰ ਤੇ ਪਤਾ ਹੀ ਹੋਣਾ। ਠੀਕ ਹੈ, ਪੰਕਜ ਕਪਾਹੀ ਜੁੜੇ ਹੋਏ ਨੇ ਜੀ। ਪੰਕਜ, ਕੁਝ ਕਹਿਣਾ ਚਾਹ ਰਹੇ हैं? ਬਿਲਕੁਲ, ਬੱਸੀ ਸਾਹਿਬ ਨੂੰ ਇੱਕ ਇਹ ਪੁੱਛਣਾ ਚਾਹਾਂਗੇ ਕਿ ਰਣਜੀਤ ਐਵਨਿਊ ਦੀ ਜਿਸ ਪਲੋਟ ਦਾ ਜ਼ਿਕਰ ਹੋ ਰਿਹਾ ਹੈ ਉਹ ਪਲੋਟ ਦਾ ਉਸ ਬਾਰੇ ਕੋਈ ਜਾਣਕਾਰੀ ਹੈ ਉਹਨਾਂ ਨੂੰ? ਦੂਸਰਾ ਸਵਾਲ ਇਹ ਵੀ ਹੈ ਕਿ ਇੱਕ ਸੜਕ ਬਣਾਉਣ ਦਾ ਜੋ ਜ਼ਿਕਰ ਹੋ ਰਿਹਾ ਸੀਗਾ ਉਸ ਬਾਰੇ ਹੈ, ਔਰ ਪਲੋਟ ਦੀ ਕੀਮਤ ਕਿੰਨੀ ਸੀ, ਕਿੰਨਾ ਫਾਇਦਾ ਹੋਇਆ, ਇਹ ਦੱਸ ਸਕਦੇ ਕਿਸ ਤਰੀਕੇ ਨਾਲ ਅਗਰ ਪਲੋਟ ਬਾਰੇ ਜਾਣਕਾਰੀ ਹੋਵੇ? ਔਰ ਤੀਸਰਾ ਸਵਾਲ ਕਿ ਵਿਜੀਲੈਂਸ ਦੀ ਜਿਹੜੀ ਟੀਮ ਹੈ 5-6 ਦਿਨ ਪਹਿਲਾਂ ਮਿਊਨਿਸਪਲ ਕਾਰਪੋਰੇਸ਼ਨ ਦੇ ਦਫ਼ਤਰ ਵੀ ਗਈ ਸੀ, ਇੰਪਰੂਵਮੈਂਟ ਟਰਸਟ ਵੀ ਕਿਸੇ ਨੂੰ ਮਿਲੀ ਹੈ, ਕੁਝ ਹੋਈ ਹੈ? ਕਿਉਂਕਿ 6 ਦਿਨ ਪਹਿਲਾਂ ਉੱਥੇ ਗਈ ਸੀ, ਇਹ ਵੀ ਜਾਣਕਾਰੀ ਸੋਰਸਿਸ ਤੋਂ ਮਿਲ ਰਹੀ ਹੈ। ਬੱਸੀ ਸਾਹਿਬ, ਇੱਕ ਪਲਾਟ ਦਾ ਜ਼ਿਕਰ ਹੋ ਰਿਹਾ ਹੈ ਜਿਹੜਾ ਰਣਜੀਤ ਐਵੇਨਿਊ ਦੇ ਇੱਕ ਪਲਾਟ ਦਾ ਕਿ ਉਸ ਦੇ ਵਿੱਚ ਕੁਝ ਗੜਬੜੀ ਹੋਈ ਸੀ। ਪਲਾਟ ਦੀ ਜਿਹੜੀ ਅਦਲਾ ਬਦਲੀ ਕੀਤੀ ਸੀ ਉਹ ਉਲੰਘਣਾ ਕਰਕੇ ਕੀਤੀ ਗਈ ਸੀ ਨਿਯਮਾਂ ਦੀ। ਉਸ ਬਾਬਤ ਤੁਹਾਡੇ ਕੋਲੇ ਜਾਣਕਾਰੀ ਹੈ? ਪਹਿਲੀ ਗੱਲ। ਔਰ ਦੂਸਰਾ ਕਿ ਮੈਂ ਫਿਰ ਉਹੀ ਸਵਾਲ ਮੈਂ ਪਹਿਲਾਂ ਵੀ ਤੁਹਾਡੇ ਤੋਂ ਪੁੱਛਿਆ ਸੀ ਕਿ ਪਿਛਲੇ ਦਿਨਾਂ 'ਚ ਵਿਜੀਲੈਂਸ ਦੀ ਟੀਮ ਨੇ ਇੰਪਰੂਵਮੈਂਟ ਟਰਸਟ ਦੇ ਆਫਿਸ ਵਿਜ਼ਿਟ ਕੀਤਾ? ਦੇਖੋ, ਜਿਹੜਾ ਉਹ ਪਲਾਟ ਹੈ ਉਹ ਬਿਲਕੁਲ ਸਾਡੇ ਆਫਿਸ ਦੇ ਬਿਲਕੁਲ ਨਾਲ ਦਾ ਪਲਾਟ ਹੈ ਔਰ ਅਸੀਂ ਉਸ ਦੀ ਰੈਜ਼ੋਲੂਸ਼ਨ ਪਾ ਕੇ ਉਹਨੂੰ ਕੈਂਸਲ ਵੀ ਕਰਵਾ ਦਿੱਤਾ ਕਿ ਉਹ ਨਿਯਮਾਂ ਦੀ ਉਲੰਘਣਾ ਕਰਕੇ ਉਹ ਪਲਾਟ ਜਿਹੜਾ ਹੋਇਆ ਉਹ ਗਲਤ ਹੋਇਆ ਔਰ ਉਹਨੂੰ ਅਸੀਂ ਕੈਂਸਲ ਕਰਕੇ ਔਰ ਸਾਡੇ ਮੰਤਰੀ ਸਾਹਿਬ ਨੇ ਉਸ ਪਲਾਟ ਨੂੰ ਕੈਂਸਲ ਕਰ ਦਿੱਤਾ। ਔਰ ਜਿਹੜੀ ਰਹੀ ਤੁਹਾਡੇ ਤੀਸਰੀ ਗੱਲ ਤੁਸੀਂ ਕਹਿ ਰਹੇ ਹੋ ਕਿ ਪੂਰਾ ਮੁੱਦਾ ਕੀ ਸੀ, ਉਸ ਪਲਾਟ ਦਾ ਪੂਰਾ ਮੁੱਦਾ ਕੀ ਸੀ, ਜੇ ਸਮਝਾ ਸਕੋ ਕਿਸ ਤਰੀਕੇ ਨਾਲ ਉਸ 'ਚ ਨਿਯਮਾਂ ਦੀ ਉਲੰਘਣਾ ਹੋਈ ਸੀ? ਉਹ ਜਿਹੜਾ ਪਲਾਟ ਸੀ ਉਹ OBC
ਦੇ ਵਾਸਤੇ ਕੋਈ ਕਮਿਊਨਿਟੀ ਹਾਲ ਬਣਾਉਣ ਲਈ ਲਿੱਤਾ ਸੀ, ਲੇਕਿਨ ਇੱਥੇ ਇੱਕ ਵਪਾਰੀ ਹੈ ਬਾਂਸਲ ਸਵੀਟਸ ਵਾਲੇ, ਉਹਨਾਂ ਨੇ ਉਸ ਫਾਈਲ ਨੂੰ, ਉਸ ਜਗ੍ਹਾ ਨੂੰ ਆਪਣੀ ਇੱਕ ਬਿਲਡਿੰਗ ਬਣਾ ਕੇ ਉੱਥੇ ਆਪਣੀ ਦੁਕਾਨ ਖੋਲ੍ਹਣਾ ਚਾਹੁੰਦੇ ਸੀ, ਆਪਣਾ ਰੈਸਟੋਰੈਂਟ ਖੋਲ੍ਹਣਾ ਚਾਹੁੰਦੇ ਸੀ, ਜਿਹੜਾ ਉਹ ਸਾਡਾ CLU ਨਹੀਂ ਹੋਇਆ, ਔਰ ਉਸ ਚੀਜ਼ ਨੂੰ ਅਸੀਂ ਸਾਰੇ ਨੂੰ ਰੋਕ ਕੇ ਔਰ ਉਹਨੂੰ ਕੈਂਸਲ ਕੀਤਾ ਗਿਆ। ਉਹ ਵੀ ਅੱਜ ਬਿਲਡਿੰਗ ਅਸੀਂ ਬੰਦ ਕੀਤੀ ਹੋਈ ਹੈ ਔਰ ਉਹਦੇ ਤੇ ਸਰਕਾਰ ਨੂੰ ਭੇਜ ਕੇ ਉਹਨਾਂ ਦਾ ਕੈਂਸਲ ਕੀਤਾ ਹੈ। ਤੇ ਔਰ ਵਿਜੀਲੈਂਸ ਦੀ ਟੀਮ ਨੇ ਪਿਛਲੇ ਦਿਨਾਂ ਦੇ ਵਿੱਚ ਵਿਜ਼ਿਟ ਕੀਤਾ ਹੈ ਬੱਸੀ ਸਾਹਿਬ, ਕੁਝ ਹੋਰ ਡਾਕੂਮੈਂਟਸ ਦੇ ਲਈ ਜਾਂ ਜਾਣਕਾਰੀ ਦੇ ਲਈ ਕੁਝ ਕੀਤਾ ਹੈਗਾ। ਮੈਂ ਇੱਥੇ ਨਹੀਂ ਸੀ, ਲੇਕਿਨ ਹਾਂ ਆਏ ਸੀ, ਲੇਕਿਨ ਜੋ ਡਾਕੂਮੈਂਟ ਸੀ ਸਾਡੇ ਆਫੀਸਰ ਸਾਹਿਬਾਨ ਨੇ ਉਹਨਾਂ ਨੂੰ ਦਿੱਤੇ, ਜੋ ਕੁਝ ਕਈ ਚੀਜ਼ਾਂ ਦੀ ਜਦੋਂ ਜਾਣਕਾਰੀ ਚੱਲਦੀ ਹੋ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਪੇਪਰ ਦੀ ਲੋੜ ਪੈਂਦੀ ਹੈ, ਕੋਈ ਹੋਰ ਉਹਨਾਂ ਨੂੰ ਜਾਣਕਾਰੀ ਮਿਲਦੀ ਹੋਏਗੀ ਤੇ ਇੱਥੇ ਫਾਈਲਾਂ ਵਾਸਤੇ ਆਏ ਹੋਣਗੇ। ਕਦੋਂ ਆਏ ਸੀ, ਕੋਈ ਦਿਨ ਜਾਂ ਤਰੀਕ ਦੱਸ ਸਕਦੇ ਹੋ? ਲਗਭਗ 10-12 ਦਿਨ 15 ਦਿਨ ਪਹਿਲਾਂ। ਠੀਕ ਹੈ ਧੰਨਵਾਦ ਬੱਸੀ ਸਾਹਿਬ ਸਾਡੇ ਨਾਲ ਜੁੜਨ ਲਈ, ਗੱਲਬਾਤ ਕਰਨ ਦੇ ਲਈ। ਪੰਕਜ ਕਪਾਹੀ ਵੀ ਸਾਡੇ ਨਾਲ ਜੁੜੇ ਹੋਏ ਨੇ। ਪੰਕਜ ਤੁਹਾਡਾ ਵੀ ਧੰਨਵਾਦ। ਇੱਕ ਚੀਜ਼ ਕਨਫਰਮ ਕਰ ਦਿੱਤੀ ਹੈ ਦਿਨੇਸ਼ ਬੱਸੀ ਹੋਰਾਂ ਨੇ ਕਿ ਹਾਂ ਵਿਜੀਲੈਂਸ ਦੀ ਟੀਮ ਆਈ ਸੀ 10-12 ਦਿਨ ਪਹਿਲਾਂ, ਉਹਨਾਂ ਨੇ ਜੋ ਡਾਕੂਮੈਂਟਸ, ਜਿਸ ਵੀ ਡਾਕੂਮੈਂਟ ਦੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਡਾਕੂਮੈਂਟਸ ਉਹਨਾਂ ਨੇ ਲਏ ਸੀ ਔਰ ਅਫਸਰਾਂ ਨੇ ਉਹਨਾਂ ਨੂੰ ਉਹ ਡਾਕੂਮੈਂਟ ਸਾਰੇ ਪ੍ਰੋਵਾਈਡ ਕਰਵਾ ਦਿੱਤੇ ਸੀ। ਸੋ ਚਾਹੇ ਪਲਾਟ ਦਾ ਮਾਮਲਾ ਹੋਵੇ, ਚਾਹੇ ਬੂਥਾਂ ਦਾ ਮਾਮਲਾ ਹੋਵੇ, ਇਸ ਬਾਬਤ ਕਾਫੀ ਚਾਨਣਾ ਜਿਹੜਾ ਹੈ ਉਹ ਪਾਇਆ ਹੈ ਦਿਨੇਸ਼ ਬੱਸੀ ਹੋਰਾਂ ਨੇ, ਜਿਹੜੇ ਇਸ ਵੇਲੇ ਚੇਅਰਮੈਨ ਨੇ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਦੇ। ਔਰ ਇਹ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ ਹੈ ਕਿ ਉਸ ਪਲਾਟ ਨੂੰ, ਜਿਸ ਦਾ ਰੌਲਾ ਸੀ, ਉਸ ਨੂੰ ਕੈਂਸਲ ਕਰ ਦਿੱਤਾ ਗਿਆ, ਜੋ ਪੁਰਾਣੀ ਡੀਲ ਹੋਈ ਸੀ ਨਿਯਮਾਂ ਦੀ ਅਣਦੇਖੀ ਕਰਕੇ। ਔਰ ਜਿਹੜੇ ਬੂਥ ਨੇ ਉਹਨਾਂ ਬਾਰੇ ਮਾਮਲਾ ਜਿਹੜਾ ਹੈ ਉਹ ਕੋਰਟ ਦੇ ਵਿੱਚ ਚੱਲ ਰਿਹਾ ਔਰ ਬੂਥ ਇਸ ਵੇਲੇ ਸੀਲਡ ਨੇ। ਪਰ ਇਹ ਜ਼ਰੂਰ ਕਿਹਾ ਦਿਨੇਸ਼ ਬੱਸੀ ਨੇ ਕਿ ਹਾਂ ਉਸ ਵੇਲੇ ਗੜਬੜੀ ਹੋਈ ਸੀ ਔਰ ਉਸੇ ਦੀ ਅਸੀਂ ਨਿਊਜ਼ 18 ਪੰਜਾਬ ਤੇ ਜਿਹੜੀ ਜਾਣਕਾਰੀ ਦੇ ਰਹੇ ਸੀ, ਯਾਨੀ ਸਾਡੀ ਖਬਰ ਜਿਹੜੀ ਹੈ ਨਿਊਜ਼ 18 ਪੰਜਾਬ ਦੇ ਸੋਰਸਿਸ ਦੀ, ਪੰਕਜ ਕਪਾਹੀ ਹੋਰਾਂ ਵੱਲੋਂ ਜੋ ਆਪਣੇ ਪੱਧਰ ਤੇ ਜੋ ਇਨਵੈਸਟੀਗੇਸ਼ਨ ਕੀਤੀ ਗਈ ਜਾਂ ਜੋ ਖੋਜ ਕੀਤੀ ਗਈ, ਉਹ ਖਬਰ ਨੂੰ ਰਮਨੀਤ ਬਿੱਟੂ ਹੋਰਾਂ ਨੇ ਕਨਫਰਮ ਕੀਤਾ ਕਿ ਹਾਂ ਜਾਂਚ ਚੱਲ ਰਹੀ ਹੈ। ਹੁਣ ਦਿਨੇਸ਼ ਬੱਸੀ ਜਿਨ੍ਹਾਂ ਵੱਲੋਂ ਡਾਕੂਮੈਂਟਸ ਪ੍ਰੋਵਾਈਡ ਕਰਵਾਏ ਗਏ ਨੇ, ਉਹਨਾਂ ਨੇ ਵੀ ਇਹ ਚੀਜ਼ ਸਪਸ਼ਟ ਤੌਰ ਤੇ ਕਹੀ ਹੈ ਕਿ ਹਾਂ ਵਿਜੀਲੈਂਸ ਦੀ ਟੀਮ ਪਿਛਲੇ ਦਿਨਾਂ 'ਚ ਆਈ ਸੀ ਆਫਿਸ 10-12 ਦਿਨ ਪਹਿਲਾਂ ਔਰ ਉਹਨਾਂ ਕੋਲੋਂ ਡਾਕੂਮੈਂਟਸ ਜਿਹੜੇ ਜੋ ਵੀ ਉਹਨਾਂ ਨੂੰ ਚਾਹੀਦੇ ਸੀ, ਰਿਕੁਆਇਰਡ ਡਾਕੂਮੈਂਟਸ, ਉਹ ਲੈ ਕੇ ਗਈ ਹੈ। ਅਫਸਰਾਂ ਨੇ ਉਹਨਾਂ ਨੂੰ ਪ੍ਰੋਵਾਈਡ ਕਰਵਾਏ ਨੇ। ਯਾਨੀ ਨਿਊਜ਼ 18 ਪੰਜਾਬ ਤੇ ਅਸੀਂ ਪਿਛਲੇ 2 ਘੰਟਿਆਂ ਤੋਂ ਜਿਸ ਗੱਲ ਦਾ, ਜਿਸ ਖਬਰ ਦਾ ਜ਼ਿਕਰ ਕਰ ਰਹੇ ਹਾਂ, ਉਸ ਖਬਰ ਨੂੰ ਪੁਖਤਾ ਕੀਤਾ ਹੈ, ਉਸ ਖਬਰ ਦੀ ਪੁਸ਼ਟੀ ਕੀਤੀ ਹੈ। ਦੋ ਮੌਜੂਦਾ ਸਿਸਟਮ 'ਚ ਬੈਠੇ ਲੋਕਾਂ ਨੇ ਜਾਂ ਪੋਲੀਟੀਸ਼ੀਅਨਸ ਨੇ, ਇੱਕ ਦਿਨੇਸ਼ ਬੱਸੀ ਨੇ ਜਿਹੜੇ ਚੇਅਰਮੈਨ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ, ਔਰ ਦੂਸਰੇ ਰਮਨੀਤ ਬਿੱਟੂ ਜਿਹੜੇ MP ਨੇ ਲੁਧਿਆਣਾ। ਤੇ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ।